प्यारे बच्चों समाजिक दी क्लास विच अज फिर तुहाडा स्वागत है। अज असीं 8वीं जमात दा पाठ 10वां भारत विच ईस्ट इंडिया कंपनी की स्थापना पढ़ांगे, माइंड मैप करांगे, समझांगे ते उहदे प्रश्न उत्तर भी करांगे। पहलां असीं 9वां पाठ पढ़ चुके हैं। वो 9वां पाठ देखण लई तुसीं पिछली वीडियो जिहड़ी देख सकदे हो। ਤਾਂ ਪ੍ਰਾਚੀਨ ਕਾਲ ਤੋਂ ਹੀ ਹੈ ਜਿਹੜਾ ਭਾਰਤ ਦੇ ਯੂਰਪੀ ਦੇਸ਼ਾਂ ਨਾਲ ਵਪਾਰਿਕ ਸੰਬੰਧ ਸੀਗੇ ਜਿਹੜੇ ਉਹ ਸਥਾਪਿਤ ਸੀਗੇ। ਯੂਰਪੀ ਦੇਸ਼ ਸੀ, ਉਹਨਾਂ ਨੇ ਭਾਰਤ ਨਾਲ ਵਪਾਰ ਕਰਨ ਲਈ ਨਵੇਂ ਸਮੁੰਦਰੀ ਰਸਤੇ ਸੀ ਜਿਹੜੇ ਉਹ ਲੱਭਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੇ ਸਿੱਟੇ ਵਜੋਂ ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਵਿੱਚ ਕਾਲੀਕਟ ਵਿਖੇ ਪਹੁੰਚਿਆ। ਇਸ ਤੋਂ ਉਤਸ਼ਾਹਿਤ ਹੋ ਕੇ ਹੀ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਬੇਟਾ ਤਸਵੀਰ ਵਿੱਚ ਵੀ ਦੇਖ ਸਕਦੇ ਹੋ। ਇਸ ਤੋਂ ਬਾਅਦ ਜਦੋਂ ਪੁਰਤਗਾਲੀਆਂ ਤੋਂ ਬਾਅਦ ਫਿਰ ਡੱਚ, ਅੰਗਰੇਜ਼ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਵਿੱਚ ਆਪਣੇ ਵਪਾਰਕ ਸੰਬੰਧ ਸਥਾਪਿਤ ਕਰ ਲਏ। ਇਸ ਤਰ੍ਹਾਂ ਹਰ ਇੱਕ ਦਾ ਆਪੋ ਆਪਣਾ ਵਪਾਰ ਕਰਨ ਲਈ ਉਹਨਾਂ ਵਿੱਚ ਆਪਸੀ ਜਿਹੜਾ ਯੁੱਧ ਸੀ ਉਹ ਸ਼ੁਰੂ ਹੋ ਗਏ ਅਤੇ ਹੌਲੀ ਹੌਲੀ ਉਹਨਾਂ ਨੇ ਆਪਣੀਆਂ ਬਸਤੀਆਂ ਸੀ ਜਿਹੜੀਆਂ ਭਾਰਤ ਵਿੱਚ ਕਾਇਮ ਕਰ ਲਈਆਂ। ਬਸਤੀਆਂ ਦਾ ਬੇਟਾ ਤੁਸੀਂ ਮਾਈਂਡ ਮੈਪ ਦੇਖ ਸਕਦੇ ਹੋ ਔਰ ਇਹਨਾਂ ਨੂੰ ਕਾਪੀਆਂ ਉੱਪਰ ਨੋਟ ਵੀ ਕਰ ਸਕਦੇ ਹੋ। ਇਸ ਤੋਂ ਬਾਅਦ 17ਵੀਂ ਸਦੀ ਤੱਕ ਸੀਗਾ ਜਿਹੜਾ ਪੁਰਤਗਾਲੀਆਂ ਅਤੇ ਡੱਚਾਂ ਦਾ ਜਿਹੜਾ ਪ੍ਰਭਾਵ ਸੀ ਉਹ ਭਾਰਤ 'ਤੇ ਬਹੁਤ ਘਟ ਗਿਆ ਸੀ ਅਤੇ ਪਿੱਛੇ ਰਹਿ ਗਏ ਸੀ ਅੰਗਰੇਜ਼ ਅਤੇ ਫਰਾਂਸੀਸੀ। ਇਹਨਾਂ ਵਿਚਕਾਰ ਵੀ ਵਪਾਰ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ ਅਤੇ ਅੰਤ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਹੁਣ ਅੱਗੇ ਆ ਗਿਆ ਸਾਡਾ ਅੰਗਰੇਜ਼ੀ ਈਸਟ ਇੰਡੀਆ ਕੰਪਨੀ। ਇੰਗਲੈਂਡ ਦੇ ਵਪਾਰੀਆਂ ਦਾ ਇੱਕ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਸੀਗਾ ਬੱਚੋ, ਜਿਨ੍ਹਾਂ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਔਰ ਉਹਨਾਂ ਦੀ ਜਿਹੜੀ ਮਹਾਰਾਣੀ ਐਲਿਜ਼ਾਬੈਥ ਪਹਿਲੀ ਸੀ ਉਸਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਲਈ 15 ਸਾਲਾਂ ਦਾ ਜਿਹੜਾ ਏਕਾਧਿਕਾਰ ਸੀ ਉਹ ਦੇ ਦਿੱਤਾ। ਔਰ ਇਸ ਸਮੇਂ ਅੰਗਰੇਜ਼ਾਂ ਨੇ ਆਪਣੀਆਂ ਵਪਾਰਕ ਬਸਤੀਆਂ ਸੀਗੀਆਂ ਉਹ ਕਈ ਜਗ੍ਹਾ 'ਤੇ ਜਿਵੇਂ ਸੂਰਤ, ਅਹਿਮਦਾਬਾਦ, ਆਗਰੇ ਵਿਖੇ ਸਥਾਪਿਤ ਕਰ ਲਈਆਂ। ਔਰ 1717 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੂੰ ਜਿਹੜਾ ਮੁਗਲ ਸਮਰਾਟ ਸੀ ਫਰਕਸੀਅਰ, ਉਹਨੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ 3000 ਰੁਪਏ ਸਾਲਾਨਾ ਕਰ ਦੇ ਬਦਲੇ ਬਿਨਾਂ ਚੁੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਦੇ ਦਿੱਤਾ, ਜਿਹਦੇ ਨਾਲ ਕੀ ਸੀਗਾ ਜਿਹੜੇ ਅੰਗਰੇਜ਼ ਸੀ ਉਹ ਭਾਰਤ ਵਿੱਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸੀ ਅਤੇ ਸਾਡੇ ਭਾਰਤ ਵਿੱਚੋਂ ਸੂਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫੀਮ ਲੈ ਜਾਂਦੇ ਸੀ, ਮੰਗਵਾ ਲੈਂਦੇ। ਅਤੇ ਹੌਲੀ ਹੌਲੀ ਫਿਰ ਅੰਗਰੇਜ਼ਾਂ ਨੇ ਸਾਡੇ ਭਾਰਤ ਦੇ ਰਾਜਨੀਤਿਕ ਮਾਮਲਿਆਂ 'ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਉਹ ਕੀ ਸੀਗੇ ਸਾਡੇ ਭਾਰਤ ਵਿੱਚ ਇੱਕ ਸਰਵਉੱਚ ਸ਼ਕਤੀ ਬਣ ਗਈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ। ਤੁਸੀਂ ਤਸਵੀਰ ਵਿੱਚ ਵੀ ਦੇਖ ਸਕਦੇ ਹੋ ਬੱਚਿਓ। ਅੰਗਰੇਜ਼ਾਂ ਤੋਂ ਪਿੱਛੋਂ ਫਿਰ ਫਰਾਂਸੀਸੀਆਂ ਨੇ 1664 ਈਸਵੀ ਵਿੱਚ ਆਪਣੀ ਵਪਾਰਕ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਉਹਨਾਂ ਨੇ ਵੀ ਆਪਦੇ ਚੰਦਰ ਨਗਰ, ਮਾਹੀ ਅਤੇ ਕਾਰੀਕਲ ਵਿੱਚ ਆਪਦੀਆਂ ਬਸਤੀਆਂ ਸੀ ਜਿਹੜੀਆਂ ਉਹ ਬਣਾ ਲਈਆਂ। ਇਸ ਨਾਲ ਕੀ ਸੀਗਾ ਹੌਲੀ ਹੌਲੀ ਐਂਗਲੋ ਅਤੇ ਫਰਾਂਸੀਸੀਆਂ ਦੇ ਵਿੱਚ ਦੁਸ਼ਮਣੀ ਸੀ ਜਿਹੜੀ ਉਹ ਸ਼ੁਰੂ ਹੋ ਗਈ, ਕਿਉਂਕਿ ਦੋਨਾਂ ਦੇ ਵਿੱਚ ਆਪਣਾ ਵਪਾਰ ਅਤੇ ਆਪਣੀ ਸਰਬ ਉੱਚਤਾ ਰਾਜਨੀਤਿਕ ਮਸਲਿਆਂ ਵਿੱਚ ਕਾਇਮ ਕਰਨ ਲਈ ਸੰਘਰਸ਼ ਹੋ ਗਿਆ। ਇਸ ਸੰਘਰਸ਼ ਦੇ ਸਿੱਟੇ ਵਜੋਂ ਕਰਨਾਟਕ ਵਿੱਚ 3 ਯੁੱਧ ਹੋਏ ਜਿਨ੍ਹਾਂ ਵਿੱਚ ਸੀ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਹੁਣ ਥੋੜ੍ਹੀ ਚਰਚਾ ਬੱਚਿਓ ਅਸੀਂ ਇਹਨਾਂ 3 ਯੁੱਧਾਂ ਬਾਰੇ ਕਰਾਂਗੇ। ਜਿਹੜਾ ਕਰਨਾਟਕ ਦਾ ਮਾਈਂਡ ਮੈਪ ਵਿੱਚ ਤੁਸੀਂ ਦੇਖ ਸਕਦੇ ਹੋ ਬੇਟਾ, ਕਰਨਾਟਕ ਦਾ ਜਿਹੜਾ ਪਹਿਲਾ ਯੁੱਧ ਸੀਗਾ ਉਹ ਸੀਗਾ 1746 ਤੋਂ 1748 ਈਸਵੀ ਵਿੱਚ। ਇਹਦੇ 'ਚ ਸੀਗਾ ਕੰਪਨੀਆਂ ਸੀ ਜਿਹੜੀਆਂ ਉਹ ਅੰਗਰੇਜ਼ੀ ਅਤੇ ਫਰਾਂਸੀਸੀ ਦੋਨੋਂ ਸੀ ਜਿਹੜੀਆਂ ਉਹ ਇੱਕ ਦੂਜੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸੀ। ਇਸ ਲਈ ਇਹਨਾਂ ਦੇ ਵਿੱਚ ਸੀ ਜਿਹੜਾ ਇਹ ਯੁੱਧ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਜਿਹੜਾ ਕਰਨਾਟਕ ਦਾ ਦੂਜਾ ਯੁੱਧ ਹੋਇਆ ਉਹ ਵੀ ਕਰਨਾਟਕ ਦੇ ਪਹਿਲੇ ਯੁੱਧ ਤੋਂ ਬਾਅਦ ਕਰਨਾਟਕ ਅਤੇ ਹੈਦਰਾਬਾਦ ਵਿੱਚ ਰਾਜਗੱਦੀ ਪ੍ਰਾਪਤ ਕਰਨ ਲਈ ਅੰਗਰੇਜ਼ੀਆਂ ਅਤੇ ਫਰਾਂਸੀਸੀਆਂ ਨੇ ਇੱਕ ਦੂਜੇ ਦੇ ਵਿਰੋਧੀਆਂ ਦੀ ਜਿਹੜੀ ਸਹਾਇਤਾ ਕੀਤੀ। ਇਹਦੇ ਵਿੱਚ ਕੀ ਹੋਇਆ, ਜਿਹੜਾ ਹੈਦਰਾਬਾਦ ਦਾ ਨਿਜ਼ਾਮ ਆਸਿਫ ਸ਼ਾਹ ਸੀ ਉਹਦੀ ਮੌਤ ਹੋ ਗਈ ਅਤੇ ਉਹਦੀ ਮੌਤ ਤੋਂ ਪਿੱਛੋਂ ਜਿਹੜਾ ਉਹਦਾ ਪੁੱਤਰ ਸੀਗਾ ਨਾਸਿਰ ਜੰਗ ਅਤੇ ਉਹਦਾ ਦੋਹਤਾ ਸੀਗਾ ਮੁਜ਼ੱਫਰ ਜੰਗ, ਉਹਨਾਂ ਦੋਨਾਂ ਦੇ ਵਿੱਚ ਬੱਚਿਓ ਰਾਜਗੱਦੀ ਨੂੰ ਪ੍ਰਾਪਤ ਕਰਨ ਲਈ ਯੁੱਧ ਸ਼ੁਰੂ ਹੋ ਗਿਆ।
ਇਹ ਯੁੱਧ ਵਿੱਚ ਅੰਗਰੇਜ਼ਾਂ ਨੇ ਤਾਂ ਨਾਸਿਰ ਜੰਗ ਦਾ ਔਰ ਫਰਾਂਸੀਸੀਆਂ ਨੇ ਮੁਜ਼ੱਫਰ ਜੰਗ ਦਾ ਸਾਥ ਦਿੱਤਾ। ਇਸ ਤਰ੍ਹਾਂ ਇਸ ਤੋਂ ਬਾਅਦ ਜਿਹੜਾ ਕਰਨਾਟਕ ਦਾ ਤੀਜਾ ਯੁੱਧ ਸੀ ਉਹ 1756 ਈਸਵੀ ਵਿੱਚ ਯੂਰਪ ਵਿੱਚ ਇੰਗਲੈਂਡ ਅਤੇ ਫਰਾਂਸ ਵਿਚਕਾਰ ਯੁੱਧ ਸ਼ੁਰੂ ਹੋ ਗਿਆ ਸੀ। ਇਸੇ ਲਈ ਭਾਰਤ ਵਿੱਚ ਵੀ ਇਹਨਾਂ ਦੋਨਾਂ ਸ਼ਕਤੀਆਂ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ। ਫਿਰ 1763 ਈਸਵੀ ਵਿੱਚ ਯੂਰਪ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੀ ਜਿਹੜੀ ਪੈਰਿਸ ਦੀ ਸੰਧੀ ਹੋ ਗਈ। ਇਹਦੇ ਨਾਲ ਉਹਨਾਂ ਦਾ ਯੁੱਧ ਦਾ ਜਿਹੜਾ ਅੰਤ ਹੋ ਗਿਆ, ਜਿਹਦੇ ਸਿੱਟੇ ਵਜੋਂ ਭਾਰਤ ਵਿੱਚ ਵੀ ਦੋਹਾਂ ਸ਼ਕਤੀਆਂ 'ਚ ਜਿਹੜਾ ਚੱਲ ਰਿਹਾ ਸੀ ਯੁੱਧ ਉਹਦੀ ਸਮਾਪਤੀ ਹੋ ਗਈ। ਇਹਦੀ ਸੰਧੀ ਅਨੁਸਾਰ ਪਾਂਡੇਚੇਰੀ ਅਤੇ ਮਾਹੀ ਵਰਗੀਆਂ ਬਸਤੀਆਂ ਸੀ ਜਿਹੜੀਆਂ ਫਰਾਂਸ ਨੂੰ ਵਾਪਸ ਕਰ ਦਿੱਤੀਆਂ ਗਈਆਂ, ਪਰੰਤੂ ਉਹਨਾਂ ਨੂੰ ਇਹਨਾਂ ਬਸਤੀਆਂ ਦੀ ਕਿਲਾਬੰਦੀ ਕਰਨ ਦੀ ਆਗਿਆ ਨਹੀਂ ਦਿੱਤੀ। ਹੁਣ ਉਹ ਭਾਰਤ ਵਿੱਚ ਕੇਵਲ ਵਪਾਰ ਹੀ ਕਰ ਸਕਦੇ ਸੀ। ਇਸ ਤਰ੍ਹਾਂ ਜਿਹੜਾ ਭਾਰਤ ਵਿੱਚ ਫਰਾਂਸੀਸੀਆਂ ਦਾ ਪ੍ਰਭਾਵ ਸੀ ਬੱਚੋ ਉਹ ਖਤਮ ਹੋ ਗਿਆ ਅਤੇ ਅੰਗਰੇਜ਼ੀ ਕੰਪਨੀ ਦੀ ਸਰਵਉੱਚਤਾ ਜਿਹੜੀ ਉਹ ਕਾਇਮ ਹੋ ਗਈ। ਇਸ ਤੋਂ ਬਾਅਦ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਵਿਸਤਾਰ ਆਪਣਾ ਸੀਗਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਅੱਗੇ ਆ ਗਿਆ ਜਿਹੜਾ ਸਾਡੇ ਕੋਲੇ ਅਗਲੀ ਆ ਗਈ, ਉਹ ਆ ਗਈ ਬੱਚੋ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਪਲਾਸੀ ਦੀ ਲੜਾਈ। ਪਲਾਸੀ ਨਾਮੀ ਸਥਾਨ ਦੇ ਉੱਤੇ 23 ਜੂਨ 1757 ਈਸਵੀ ਨੂੰ ਸਿਰਾਜ ਉਦ ਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿੱਚ ਲੜਾਈ ਹੋਈ। ਇਹਨਾਂ ਲੜਾਈਆਂ ਵਿੱਚ ਜਿਹੜਾ ਨਵਾਬ ਸੀ ਉਹ ਲੜਾਈ ਵਿੱਚ ਹਾਰ ਗਿਆ ਅਤੇ ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਕੇ ਬਾਅਦ ਵਿੱਚ ਮਾਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਮੀਰ ਜਾਫਰ ਨੂੰ ਇਹਦੀ ਰਾਜਗੱਦੀ 'ਤੇ ਬੰਗਾਲ ਦੀ 'ਤੇ ਬਿਠਾ ਦਿੱਤਾ, ਜਿਹਦੇ ਕਰਕੇ ਉਹ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ। ਬਾਅਦ ਵਿੱਚ ਉਹਨਾਂ ਨੇ ਮੀਰ ਜਾਫਰ ਨੂੰ ਗੱਦੀ ਤੋਂ ਉਤਾਰ ਕੇ ਉਹਦਾ ਜਵਾਈ ਸੀ ਮੀਰ ਕਾਸਮ, ਉਹਨੂੰ ਗੱਦੀ 'ਤੇ ਬਿਠਾ ਦਿੱਤਾ। ਮੀਰ ਕਾਸਮ ਸੀ ਜਿਹੜਾ ਉਹ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਚਾਹੁੰਦਾ ਸੀ। ਮੀਰ ਕਾਸਮ ਨੇ ਜਿਹੜਾ ਭਾਰਤੀ ਵਪਾਰੀਆਂ ਦੇ ਮਾਲ ਉੱਤੇ ਲਏ ਜਾਣ ਵਾਲੇ ਬੱਚੋ ਟੈਕਸਾਂ ਨੂੰ ਘੱਟ ਕਰ ਦਿੱਤਾ, ਜਿਹਦੇ ਨਾਲ ਅੰਗਰੇਜ਼ਾਂ ਨੂੰ ਬਹੁਤ ਹਾਨੀ ਹੋਈ ਅਤੇ ਉਹਨਾਂ ਨੇ ਮੀਰ ਕਾਸਮ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਮੀਰ ਕਾਸਮ ਸੀ ਜਿਹੜਾ ਉਹ ਬੰਗਾਲ ਤੋਂ ਭੱਜ ਕੇ ਅਵਧ ਪਹੁੰਚ ਗਿਆ। ਅੱਗੇ ਅਸੀਂ ਚਰਚਾ ਕਰਾਂਗੇ ਬੱਚੋ ਬਕਸਰ ਦੀ ਲੜਾਈ ਦੀ। ਜਦੋਂ ਮੀਰ ਕਾਸਮ ਸੀ ਉਹ ਅਵਧ ਪਹੁੰਚ ਗਿਆ ਤਾਂ ਉਹਨੇ ਅਵਧ ਦਾ ਜਿਹੜਾ ਨਵਾਬ ਸੀ ਸੁਜਾ ਉਦ ਦੌਲਾ ਉਹ ਤੋਂ ਅੰਗਰੇਜ਼ਾਂ ਵਿਰੁੱਧ ਸੈਨਿਕ ਸਹਾਇਤਾ ਮੰਗੀ ਅਤੇ ਉਸ ਸਮੇਂ ਉੱਥੇ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਅਵਧ ਵਿੱਚ ਹੀ ਸੀ ਅਤੇ ਉਹ ਤੋਂ ਵੀ ਸਹਾਇਤਾ ਮੰਗੀ। ਇਹਨਾਂ ਤਿੰਨਾਂ ਨੇ ਮਿਲ ਕੇ ਅੰਗਰੇਜ਼ਾਂ ਨਾਲ ਬਕਸਰ ਦੇ ਮੈਦਾਨ ਵਿੱਚ ਲੜਾਈ ਲੜੀ ਅਤੇ ਘਮਸਾਨ ਦੀ ਲੜਾਈ ਹੋਈ, ਜਿਹਦੇ ਵਿੱਚ ਸੁਜਾ ਉਦ ਦੌਲਾ ਅਤੇ ਸ਼ਾਹ ਆਲਮ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ, ਪਰ ਜਿਹੜਾ ਮੀਰ ਕਾਸਮ ਸੀ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ। ਇਸ ਤੋਂ ਬਾਅਦ ਮੀਰ ਕਾਸਮ ਨੂੰ ਗੱਦੀ ਤੋਂ ਉਤਾਰ ਕੇ ਉਹਨਾਂ ਨੇ ਦੁਬਾਰਾ ਮੀਰ ਜਾਫਰ ਨੂੰ ਫਿਰ ਬੰਗਾਲ ਦਾ ਨਵਾਬ ਬਣਾ ਦਿੱਤਾ। ਇਸ ਤੋਂ ਅਗਲੀ ਬੱਚਿਓ ਅਸੀਂ ਗੱਲ ਕਰਾਂਗੇ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ। ਹੁਣ ਕੀ ਸੀ, ਜਦੋਂ ਪਲਾਸੀ ਅਤੇ ਬਕਸਰ ਦੀਆਂ ਲੜਾਈਆਂ ਪਿੱਛੋਂ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹ ਬੰਗਾਲ ਦੀ ਸ਼ਾਸਕ ਤਾਂ ਬਣੀ ਗਈ ਸੀ। ਇਸ ਨਾਲ ਉਹਨੇ ਸੈਨਿਕ ਅਤੇ ਮਾਲੀਆ ਸ਼ਾਸਨ ਪ੍ਰਬੰਧ ਵੀ ਆਪਦੀ ਕੰਪਨੀ ਹੇਠਾਂ ਕਰ ਲਿਆ ਅਤੇ ਉਹਨਾਂ ਨੇ ਇਸ ਸ਼ਾਸਨ ਪ੍ਰਬੰਧ ਨੂੰ ਚਲਾਉਣ ਲਈ ਆਪਣੇ ਦੋ ਨਵਾਬ ਮੁਹੰਮਦ ਰਜ਼ਾ ਖਾਂ ਅਤੇ ਮਤਾਏ ਖਾਂ ਨਵਾਬ ਸੀ ਜਿਹੜੇ ਡਿਪਟੀ ਨਵਾਬ ਨਿਯੁਕਤ ਕਰ ਦਿੱਤੇ। ਇਸੇ ਨੂੰ ਦੋਹਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਗਾ। ਇਸ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਨੇ ਸੀ ਬੱਚਿਓ ਆਪਦੇ ਸਾਮਰਾਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਮਾਈਂਡ ਮੈਪ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਯੁੱਧ, ਅੰਗਰੇਜ਼ਾਂ ਦਾ ਅੰਗਰੇਜ਼ ਮੈਸੂਰ ਯੁੱਧ ਹੋਇਆ, ਅੰਗਰੇਜ਼ ਮਰਾਠਾ ਯੁੱਧ ਹੋਇਆ ਅਤੇ ਅੰਗਰੇਜ਼ ਗੋਰਖਾ ਯੁੱਧ ਹੋਇਆ। ਇਸ ਤੋਂ ਅੱਗੇ ਜਿਹੜਾ ਇੰਪੋਰਟੈਂਟ ਆ ਜਾਂਦਾ ਬੱਚੋ ਤੁਸੀਂ ਅੱਗੇ ਦੇਖ ਸਕਦੇ ਹੋ ਮਾਈਂਡ ਮੈਪ ਦੇ ਵਿੱਚ ਵੀ, ਲਾਰਡ ਡਲਹੌਜੀ ਸੀ ਜਿਹੜਾ ਉਸਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਸੀ ਜਿਹੜਾ ਉਹ ਕਿਵੇਂ ਕੀਤਾ। ਉਹਨੇ 1848 ਤੋਂ 1856 ਈਸਵੀ ਵਿੱਚ ਉਹਨੇ 4 ਢੰਗ ਅਪਣਾਏ ਸੀ। ਪਹਿਲਾ ਢੰਗ ਸੀ ਉਹਦਾ ਯੁੱਧਾਂ ਦੁਆਰਾ, ਵੀ ਯੁੱਧ ਕਰਕੇ ਜਿੱਤ ਲਓ ਕਿਸੇ ਇਲਾਕੇ ਨੂੰ। ਦੂਜਾ ਸੀ ਉਹਦਾ ਲੈਪਸ ਦੀ ਨੀਤੀ। ਲੈਪਸ ਦੀ ਨੀਤੀ ਹੈ ਜਿਹੜੀ ਬੱਚੋ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਤੁਹਾਡੇ ਲੈਸਨ ਦਾ ਵੀ। ਲੈਪਸ ਦੀ ਨੀਤੀ ਵਿੱਚ ਉਹਨੇ ਕੀ ਕਰਿਆ ਸੀ, ਜਿਹੜੇ ਵੀ ਕਿਸੇ ਰਾਜੇ ਦੇ ਕੋਈ ਆਪਦੀ ਸੰਤਾਨ ਨਹੀਂ ਹੁੰਦੀ ਸੀ ਤਾਂ ਉਹਦੀ ਮੌਤ ਤੋਂ ਬਾਅਦ ਜਿਹੜਾ ਉਹਦਾ ਸਾਰਾ ਸਾਮਰਾਜ ਸੀ, ਉਹਦੇ ਮਾਲਕ ਸੀ ਜਿਹੜੇ ਉਹ ਅੰਗਰੇਜ਼ ਬਣ ਜਾਂਦੇ ਸੀ, ਅੰਗਰੇਜ਼ਾਂ ਦੇ ਅਧੀਨ ਹੋ ਜਾਂਦਾ ਸੀ। ਉਹਨਾਂ ਦੇ ਗੋਦ ਲਏ ਪੁੱਤਰ ਨੂੰ ਰਾਜਾ ਬਣਨ ਦੀ ਆਗਿਆ ਨਹੀਂ ਸੀਗੀ। ਅਗਲਾ ਸੀ ਜਿਹੜਾ ਭੈੜਾ ਸ਼ਾਸਨ ਪ੍ਰਬੰਧ ਕਾਰਨ ਮਿਲਾਉਣਾ। ਅੰਗਰੇਜ਼ ਕਿਸੇ ਵੀ ਰਾਜ ਉੱਤੇ ਵੀ ਤੁਹਾਡਾ ਸ਼ਾਸਨ ਪ੍ਰਬੰਧ ਆ ਜਿਹੜਾ ਉਹ ਸਹੀ ਨਹੀਂ ਹੈਗਾ, ਭੈੜਾ ਗਾ, ਇਹਦਾ ਦੋਸ਼ ਲਗਾ ਕੇ ਆਪਦੇ ਸਾਮਰਾਜ ਵਿੱਚ
ਮਿਲਾ ਲੈਂਦੇ ਸੀ। ਚੌਥਾ ਪੁਆਇੰਟ ਉਹਨਾਂ ਦਾ ਖਿਤਾਬ ਅਤੇ ਪੈਨਸ਼ਨਾਂ ਬੰਦ ਕਰਾਉਣਾ। ਫਿਰ ਉਹਨਾਂ ਨੇ ਪੂਨਾ, ਕਰਨਾਟਕ ਅਤੇ ਸੂਰਤ ਦੇ ਰਿਆਸਤਾਂ ਦੇ ਜਿਹੜੇ ਸ਼ਾਸਕ ਸੀ ਉਹਨਾਂ ਦੀਆਂ ਪਦਵੀਆਂ ਅਤੇ ਪੈਨਸ਼ਨਾਂ ਖਤਮ ਕਰਕੇ ਉਹਨਾਂ ਦੀਆਂ ਰਿਆਸਤਾਂ ਨੂੰ ਆਪਦੇ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਸੀ। ਇਹ ਸੀ ਬੱਚੋ ਤੁਹਾਡਾ ਲੈਸਨ, ਔਰ ਇਹਦੇ ਨਾਲ ਇੰਪੋਰਟੈਂਟ ਜਿਹੜੇ ਮੇਨ ਪ੍ਰਸ਼ਨ ਨੇ ਉਹ ਅੱਗੇ ਦਿੱਤੇ ਗਏ ਆ। ਇਹਨਾਂ ਨੂੰ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਹ ਆਪਦੇ ਪ੍ਰਸ਼ਨ ਉੱਤਰ ਆ ਜਿਹੜੇ ਉਹ ਦੇਖ ਸਕਦੇ ਹੋ ਬੱਚੋ। ਹੁਣ ਤਾਂ ਪੂਰੀ ਵੀਡੀਓ ਨੂੰ ਦੇਖਣ ਲਈ ਅਤੇ ਅਗਲੀਆਂ ਵੀਡੀਓ ਵੀ ਜਿਹੜੀਆਂ ਤੁਹਾਡੇ ਕੋਲ ਛੇਤੀ ਅਤੇ ਜਲਦੀ ਪਹੁੰਚ ਜਾਣ ਤਾਂ ਤੁਹਾਨੂੰ ਇਹ ਚੈਨਲ ਆ ਬੱਚੋ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਜਿਹੜਾ ਅਗਲੇ ਲੈਸਨ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਕੋਲ ਜਲਦੀ ਨਾਲ ਪਹੁੰਚ ਜੇ ਅਤੇ ਤੁਸੀਂ ਆਪਣਾ ਜਿਹੜਾ ਲੈਸਨ ਆ ਉਹਨੂੰ ਹੱਲ ਕਰ ਲਓ। ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲਾ ਪਾਠ ਲੈ ਕੇ ਬੱਚੋ ਜਲਦੀ ਹੀ ਮਿਲਦੇ ਹਾਂ।